ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। 828 ਅੰਗ ਤੋਂ ਉੱਪਰੋਂ ਸ਼ਬਦ ਸ਼ੁਰੂ ਹੋ ਰਿਹਾ ਹੈ, ਪ੍ਰਾਰੰਭ ਹੋ ਰਿਹਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਪੰਜਵੇਂ ਪਾਤਸ਼ਾਹ ਬਚਨ ਉਚਾਰਨ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਤੁਮ ਸਮਰੱਥਾ ਕਾਰਨ ਕਰਨ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਤੁਮ ਸਮਰੱਥਾ ਕਾਰਨ ਕਰਨ। हे प्रभु, तू समर्थ है, तू सर्व कला समर्थ देव है। जितना ये संसार है ਇਹਦਾ ਕਾਰਨ तू है। ਕਾਰਨ भी तू है ते फिर सारे संसार ਨੂੰ ਕਰਨ ਵਾਲਾ ਕਰਨਹਾਰ भी तू है। ਕਾਰਨ ਵੀ ਹੈ ਤੇ ਕਰਨ ਵਾਲਾ ਵੀ ਹੈ ਔਰ ਸਰਬ ਕਲਾ ਸਮਰੱਥ ਹੈ। ਹਾਂਜੀ। ਢਾਕਨ ਢਾਕ ਗੋਬਿੰਦ ਗੁਰ ਮੇਰੇ। ਮੋਹ ਅਪਰਾਧੀ ਸ਼ਰਨ ਚਰਨ। ਇਹ ਮੇਰੇ ਗੋਬਿੰਦ ਜੀ, ਤੁਸੀਂ ਮੇਰੇ ਪਰਦੇ ਕੱਜਣ ਵਾਲੇ ਹੋ। ਢਾਕਨ ਢਾਕ ਮਹਾਰਾਜ ਜੀ ਸਾਡੇ ਔਗਣੇ ਆਰਿਆਂ ਦੇ ਪਰਦੇ ਕੱਜਣ ਵਾਲੇ। ਪਰਦੇ ਕੱਜੋ ਮਹਾਰਾਜ। ਮੇਰੇ ਸਾਹਿਬ ਜੀ ਆਪਣੇ ਸੇਵਕਾਂ ਦੇ ਪਰਦੇ ਕੱਜਦੇ ਹੈ। ਗੁਰਦੇਵ ਵਰਗਾ ਪਰਦੇ ਕੱਜ ਸੰਸਾਰ ਵਿੱਚ ਕੋਈ ਨਹੀਂ। ਜਿੱਡਾ ਵੱਡਾ ਮਰਜ਼ੀ ਗੁਨਹਗਾਰ ਮਹਾਰਾਜ ਜੀ ਦੀ ਸ਼ਰਨ ਆ ਪਵੇ, ਸਤਿਗੁਰੂ ਜੀ ਉਹਦੇ ਤੇ ਆਪਣੀ ਕਿਰਪਾ ਦਾ ਪਰਦਾ ਪਾ ਕੇ ਕੱਜ ਲੈਂਦੇ ਹਨ। ਰਹਿਮਤ ਦੇ ਘਰ ਵਿੱਚ ਆ ਕੇ, ਕਿਰਪਾ ਦੇ ਘਰ ਵਿੱਚ ਆ ਕੇ ਉਹਦਾ ਪਰਦਾ ਕੱਜ ਲੈਂਦੇ ਹਨ। ਖਾਲਸਾ ਜੀ, ਸੰਸਾਰ ਦੇ ਲੋਕਾਂ ਦੀ ਬਿਰਤੀ ਹੈ, ਸੁਭਾਅ ਹੈ ਕਿ ਲੋਕਾਂ ਦੀਆਂ ਖਾਮੀਆਂ ਵੇਖ ਕੇ ਉਹਨਾਂ ਦੇ ਪਰਦੇ ਉਘੇੜਨੇ। ਰਾਜਨੀਤਿਕ ਤੌਰ ਤੇ ਰਾਜਨੀਤਿਕ ਲੋਕ ਇਹੀ ਕੰਮ ਕਰਦੇ ਆ। ਉਹਨਾਂ ਨੂੰ ਕਰਨਾ ਵੀ ਚਾਹੀਦਾ, ਉਹਨਾਂ ਵਾਸਤੇ ਹੋਣਾ ਵੀ ਚਾਹੀਦਾ ਹੈ। ਪਰ ਧਾਰਮਿਕ ਜਗਤ ਦੇ ਵਿੱਚ, ਧਾਰਮਿਕ ਮੰਡਲ ਵਿੱਚ ਵਿਚਰਨ ਵਾਲਿਆਂ ਨੂੰ ਇਹ ਯੋਗ ਨਹੀਂ ਹੈ ਕਿ ਕਿਸੇ ਦੀ ਖਾਮੀ ਵੇਖ ਕੇ, ਕਮੀ ਵੇਖ ਕੇ ਬਦਖੋਈ ਕਰਨੀ, ਜਾਣ ਬੁੱਝ ਕੇ ਊਜ ਲਾਣੀ। ਇਹਦੇ ਨਾਲ ਆਪਣੇ ਆਤਮਿਕ ਆਨੰਦ ਵਿੱਚ ਫਰਕ ਪਵੇਗਾ। ਜਦੋਂ ਕਿਸੇ ਦੀ ਖਾਮੀ ਵੇਖਾਂਗੇ, ਜਦੋਂ ਕਿਸੇ ਦੀ ਕਮਜ਼ੋਰੀ ਵੇਖਾਂਗੇ ਤੇ ਸੁਭਾਵਕ ਹੈ ਆਪਣਾ ਆਤਮਿਕ ਆਨੰਦ ਵੀ ਗੜਬੜਾਏਗਾ। ਸੁਆਮੀ ਅਕਾਲ ਪੁਰਖ ਪਰਮੇਸ਼ਰ ਪਰਦੇ ਕੱਜਣ ਵਾਲਾ ਹੈ। ਦੁਨੀਆ ਦੇ ਲੋਕ ਪਰਦਾ ਲਾਉਣ ਵਾਲੇ ਆ, ਪਰਮੇਸ਼ਰ ਪਰਦਾ ਕੱਜਣ ਵਾਲਾ ਹੈ। ਤੇ ਜਿਹਦਾ ਪਰਦਾ ਪਰਮੇਸ਼ਰ ਕੱਜ ਲਵੇ ਨਾ, ਫਿਰ ਕੋਈ ਸੰਸਾਰ ਦਾ ਵਿਅਕਤੀ ਉਹਦਾ ਪਰਦਾ ਲਾ ਨਹੀਂ ਸਕਦਾ। ਢਾਕਨ ਢਾਕ ਗੋਬਿੰਦ ਗੁਰ ਮੇਰੇ। ਮੇਰੇ ਗੋਬਿੰਦ ਜੀ ਸਾਡੇ ਪਰਦੇ ਕੱਜਣ ਵਾਲੇ ਨੇ। ਮੋਹ ਅਪਰਾਧੀ ਸਰਨ ਚਰਨ। ਮਹਾਰਾਜ, ਮੈਂ ਅਪਰਾਧੀ ਹਾਂ, ਮੈਂ ਗੁਨਹਗਾਰ ਹਾਂ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ। ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ।
ਪੇਖਿਓ ਠੌਰ ਨਾਹੀ ਕਛ ਢੀਠ ਮੁਕਰਨਾ। ਸੰਸਾਰ ਵਿੱਚ ਜੋ ਜੋ ਜੀਵ ਕਰਦੇ ਨੇ ਉਹ ਤੂੰ ਜਾਣਦਾ ਹੈ, ਕਿਉਂਕਿ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਤੇਰੀ ਨਿਗਾਹ ਨਹੀਂ ਜਾਂਦੀ। ਤੂੰ ਸਾਰੀਆਂ ਥਾਵਾਂ ਤੇ ਵੇਖਣ ਵਾਲਾ ਹੈ, ਸਰਬ ਜਗ੍ਹਾਵਾਂ ਤੇ ਵੇਖਣ ਵਾਲਾ ਹੈ। ਕੋਈ ਜਗ੍ਹਾ ਐਸੀ ਹੈ ਹੀ ਨਹੀਂ ਜਿਹੜੀ ਤੂੰ ਨਾ ਵੇਖਦਾ ਹੋਵੇਂ। ਤੋ ਜੋ ਜੋ ਜੀਵ ਕਰਦੇ ਨੇ ਉਹ ਤੂੰ ਵੇਖਦਾ ਹੈ, ਪਰ ਹੈਰਾਨੀ ਹੈ ਕਿ ਜੀਵ ਨਾਲੇ ਤਾਂ ਮਾੜਾ ਪੈੜਾ ਕਰਮ ਕਰਦੇ ਵੀ ਹੈ ਤੇ ਕਰਕੇ ਫਿਰ ਢੀਠ ਬਣ ਕੇ ਮੁੱਕਰਦੇ ਵੀ ਹੈ। ਅਸੀਂ ਨਹੀਂ ਕੀਤਾ ਜੀ। ਹਾਲਾਂਕਿ ਹੇ ਪ੍ਰਭੂ ਉਹਨਾਂ ਦੇ ਮੁੱਕਰਨ ਦੀ ਗੁੰਜਾਇਸ਼ ਨਹੀਂ ਹੈ, ਤੂੰ ਕੋਲ ਖਲੋਤਾ ਵੇਖ ਰਿਹਾ। ਮੁੱਕਰੋਗੇ ਉਹਦੇ ਸਾਹਮਣੇ ਜਿਹਦੇ ਤੂੰ ਪਰਦਾ ਕੀਤਾ ਹੋਵੇ, ਜਿਸ ਤੋਂ ਪਰਦਾ ਹੈ ਹੀ ਨਹੀਂ, ਜੋ ਵੇਖ ਰਿਹਾ ਕੋਲ ਹਰ ਜਗ੍ਹਾ ਤੇ ਹਾਜ਼ਰ ਹੋ ਕੇ ਜੋ ਜੋ ਵੀ ਇਹ ਜੀਵ ਕਰਦਾ, ਉਹਦੇ ਕੋਲੋਂ ਕੀ ਮੁੱਕਰਨਾ ਹੋਇਆ ਭਾਈ। ਪਰ ਫਿਰ ਵੀ ਬੰਦਾ ਢੀਠ ਹੋ ਕੇ ਮੁੱਕਰਦਾ। ਢੀਠ ਮੁੱਕਰਨ, ਇਹ ਢੀਠ ਬਣ ਕੇ ਮੁੱਕਰਦਾ, ਇਹੋ ਜਿਹਾ ਅਪਰਾਧੀ ਹੈ। ਬਾਢ ਪਰਤਾਪ ਸੁਨਿਓ ਪ੍ਰਭ ਤੁਮਰੋ, ਕੋਟ ਅਘਾ ਤੇਰੋ ਨਾਮ ਹਰਨ। हे ਪ੍ਰਭੂ ਜੀ, ਮੈਂ ਤੁਹਾਡਾ ਬੜਾ ਵੱਡਾ ਪ੍ਰਤਾਪ ਸੁਣਿਆ, ਤੁਹਾਡੀ ਬੜੀ ਵੱਡੀ ਮਹਿਮਾ ਸੁਣੀ ਹੈ ਕਿ ਤੁਹਾਡਾ ਅੰਮ੍ਰਿਤ ਨਾਮ ਪਾਪਾਂ ਨੂੰ ਹਰਨ ਵਾਲਾ ਹੈ। ਕੋਟ ਅਘਾ ਤੇਰੋ ਨਾਮ ਹਰਨ, ਕਰੋੜਾਂ ਪਾਪ ਤੇਰਾ ਨਾਮ ਹਰ ਲੈਂਦਾ। ਤੇਰੇ ਨਾਮ ਦੀ ਕਮਾਈ ਕਰੀਏ ਤੇ ਕਰੋੜਾਂ ਹੀ ਪਾਪ ਕੱਟੇ ਜਾਂਦੇ ਨੇ। ਏਡਾ ਵੱਡਾ ਪ੍ਰਤਾਪ ਮੈਂ ਤੁਹਾਡਾ ਸੁਣਿਆ ਹੈ। ਹਮਰੋ ਸਹਾਉ ਸਦਾ ਸਦ ਪੂਲਨ, ਤੁਮਰੋ ਬਿਰਦ ਪਤਿਤ ਉਧਾਰਨ। ਮਹਾਰਾਜ ਜੀ, ਸਾਡਾ ਸੁਭਾਅ ਹੈ ਅਸੀਂ ਸਦਾ ਹੀ ਭੁੱਲਣ ਵਿੱਚ। ਹਮਰੋ ਸਹਾਉ ਸਦਾ ਸਦ ਭੂਲਨ। ਮਹਾਰਾਜ, ਸਾਡਾ ਸੁਭਾਅ ਸਦਾ ਹੀ ਭੁੱਲਣ ਅੰਦਰ ਹੈ। ਤੁਮਰੋ ਬਿਰਦ ਪਤਤ ਉਧਰਨ। ਮਹਾਰਾਜ, ਤੁਹਾਡਾ ਬਿਰਦ ਹੈ, ਤੁਸੀਂ ਪਤਤਾਂ ਨੂੰ ਉਧਾਰਦੇ ਹੋ। ਸਾਡੇ ਵਰਗੇ ਪਾਪੀਆਂ ਦਾ ਪਾਰ ਉਤਾਰਾ ਕਰਦੇ ਹੋ। ਕਰੁਣਾ ਮੈਂ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸ਼ਨ। ਮਹਾਰਾਜ ਜੀ, ਤੁਸੀਂ ਕਰੁਣਾ ਦੇ ਸਮੁੰਦਰ ਹੋ, ਕਿਰਪਾਲੂ ਹੋ, ਕਿਰਪਾ ਦੇ ਖਜ਼ਾਨੇ ਹੋ। ਜੀਵਨ ਪਦ ਨਾਨਕ ਹਰ ਦਰਸ਼ਨ। ਮਹਾਰਾਜ ਜੀ, ਤੁਹਾਡੇ ਦਰਸ਼ਨ ਮੈਨੂੰ ਜੀਵਨ ਪਦਵੀ ਦਾ ਦਾਨ ਦੇਣ ਵਾਲੇ ਹਨ। ਅਸਲ ਵਿੱਚ ਜੀਵਨ ਪਦਵੀ ਸਮਝ ਹੀ ਉਹਨਾਂ ਨੂੰ ਆਉਂਦੀ ਹੈ ਜਿਹੜੇ ਆਪਣੇ ਮਾਲਕ ਦੇ ਦਰਸ਼ਨ ਕਰਦੇ। ਨਹੀਂ ਤਾਂ ਪਸ਼ੂਆਂ ਵਰਗਾ ਜੀਵਨ ਤਾਂ ਬੜੇ ਲੋਕ ਜੀ ਰਹੇ ਹੈ, ਜਿਨ੍ਹਾਂ ਦੀ ਜ਼ਿੰਦਗੀ ਪਸ਼ੂਆਂ ਵਰਗੀ ਹੈ, ਜਾਨਵਰਾਂ ਵਰਗੀ ਹੈ, ਉਸ ਤੋਂ ਵੱਧ ਕੁਝ ਨਹੀਂ। ਤੋ ਮਹਾਰਾਜ ਜੀ ਦੇ ਜਿਹੜੇ ਦਰਸ਼ਨ ਨੇ, ਉਹ ਦਰਸ਼ਨ ਕੀਤਿਆਂ ਜੀਵਨ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਬਿਲਾਵਲ ਮਹੱਲਾ ਪੰਜਵਾ, ਐਸੀ ਕਿਰਪਾ ਮੋਹਿ ਕਰੋ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ ਜੀ, ਮੇਰੇ ਤੇ ਐਸੀ ਕਿਰਪਾ ਕਰੋ, ਐਸੀ ਦਇਆ ਕਰੋ। ਸੰਤ ਹੈ ਚਾਰਨ ਹਮਾਰੋ ਮਾਥਾ, ਨੈਣ ਦਰਸ ਤਨ ਤੂਰ ਪਰਹੁ। ਇਹ ਕਿਰਪਾ ਕਰੋ ਕਿ ਮੇਰਾ ਇਹ ਮੱਥਾ ਸੰਤ ਜਨਾਂ ਦੇ ਚਰਨਾਂ ਵਿੱਚ ਟਿਕੇ। ਸੰਤ ਹੈ ਚਰਨ ਹਮਾਰੋ ਮਾਥਾ। ਮਹਾਰਾਜ, ਮੇਰੇ ਤੇ ਕਿਰਪਾ ਕਰੋ, ਮੇਰਾ ਇਹ ਮੱਥਾ ਸੰਤ ਜਨਾਂ ਦੇ ਚਰਨਾਂ ਤੇ ਰਹੇ। ਨੈਣ ਦਰਸ, ਤੇ ਮੈਂ ਆਪਣਿਆਂ ਨੇਤਰਾਂ ਨਾਲ ਉਹਨਾਂ ਦੇ ਦਰਸ਼ਨ ਕਰਾਂ, ਰੱਬ ਦੇ ਪਿਆਰਿਆਂ ਦੇ, ਸੰਤ ਜਨਾਂ ਦੇ। ਤਨ ਧੂਰ ਪਰਹੋ, ਤੇ ਮੇਰੇ ਇਸ ਤਨ ਤੇ ਉਹਨਾਂ ਦੇ ਚਰਨਾਂ ਦੀ ਧੂੜੀ ਪਵੇ, ਯਾਨੀ ਕਿ ਮੈਂ ਉਹਨਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਰਹਾਂ।
ਹਲੀਮੀ ਸਹਿਤ ਰਹਾ। ਇਹ ਕਿਰਪਾ ਮਹਾਰਾਜ ਜੀ ਮੇਰੇ ਤੇ ਕਰੋ। ਰਹਾਉ ਗੁਰ ਕੋ ਸ਼ਬਦ ਮੇਰਾ ਹੀਅਰ ਬਾਸੈ, ਹਰ ਨਾਮਾ ਮਨ ਸੰਗ ਤਰੋ। ਗੁਰੂ ਕਾ ਸ਼ਬਦ ਮੇਰੇ ਹਿਰਦੇ 'ਚ ਵਸ ਜਾਵੇ। ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਮੈਂ ਆਪਣੇ ਮਨ ਦੇ ਨਾਲ ਧਾਰਨ ਕਰਾਂ, ਯਾਨੀ ਕਿ ਆਪਣੇ ਮਨ ਵਿੱਚ ਗੁਰੂ ਕੇ ਅੰਮ੍ਰਿਤ ਨਾਮ ਨੂੰ ਵਸਾਵਾਂ। ਤਸ ਕਰ ਪੰਚ ਨਿਵਾਰੋ ਠਾਕੁਰ। ਮੇਰੇ ਠਾਕੁਰ ਜੀ ਕਿਰਪਾ ਕਰੋ, ਮੇਰੇ ਜਿਹੜੇ 5 ਚੋਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਮੇਰੇ ਤੋਂ ਦੂਰ ਕਰ ਦਿਓ। ਇਹ 5 ਚੋਰ ਮੇਰਾ ਬਹੁਤ ਕੁਝ ਚੁਰਾ ਲੈਂਦੇ ਐ। ਮੇਰੇ ਹਿਰਦੇ ਦੀ ਸ਼ਾਂਤੀ ਨੂੰ ਇਹਨਾਂ ਚੋਰਾਂ ਨੇ ਚੁਰਾ ਲਿਆ। ਮੇਰੇ ਹਿਰਦੇ ਦੇ ਧੀਰਜ ਤੇ ਸਬਰ ਦੇ ਸੰਤੋਖ ਨੂੰ ਇਹਨਾਂ ਨੇ ਚੁਰਾ ਲਿਆ। ਮੇਰੇ ਹਿਰਦੇ 'ਚ ਟਿਕਾ ਨੂੰ ਇਹਨਾਂ ਨੇ ਚੁਰਾ ਲਿਆ। ਇਹਨਾਂ 5 ਚੋਰਾਂ ਨੇ ਮਹਾਰਾਜ ਮੇਰਾ ਬੜਾ ਕੁਝ ਖੋਹ ਲਿਆ। ਕਿਰਪਾ ਕਰੋ ਮੈਨੂੰ ਇਹਨਾਂ 5 ਚੋਰਾਂ ਤੋਂ ਬਚਾਓ। ਇਹਨਾਂ 5 ਚੋਰਾਂ ਨੂੰ ਮੇਰੇ ਤੋਂ ਦੂਰ ਕਰ ਦਿਓ। ਸਗਲੋ ਭਰਮਾ ਹੋਮ ਡਰੋ। ਮਹਾਰਾਜ ਜੀ ਜਿਹੜੇ ਸਾਰੇ ਭਰਮ ਨੇ, ਉਹ ਸਾਰੇ ਭਰਮਾਂ ਦੇ ਵਿੱਚ ਮੈਂ ਸੜ ਰਿਹਾ, ਬਲ ਰਿਹਾ। ਆਪ ਜੀ ਕਿਰਪਾ ਕਰਕੇ ਮੈਨੂੰ ਇਹਨਾਂ ਭਰਮਾਂ ਤੋਂ ਬਚਾ ਲਵੋ। ਜੋ ਤੁਮ ਕਰੋ ਸੋਈ ਭਲ ਮਾਨੈ, ਪਾਵਨ ਦੁਬਿਧਾ ਦੂਰ ਟਰਹੁ। ਮਹਾਰਾਜ ਜੀ ਇਹ ਜਿੰਨੇ ਭਰਮ ਨੇ, ਇਹਨੂੰ ਬ੍ਰਹਮ ਗਿਆਨ ਦੀ ਅੱਗ ਦੀ ਹਵਨ ਅਗਨੀ 'ਚ ਸਾੜ ਦਿਓ। ਫਿਰ ਮਹਾਰਾਜ ਜੀ ਕਹਿੰਦੇ, ਹੇ ਵਾਹਿਗੁਰੂ ਜੀ ਤੁਸੀਂ ਜੋ ਕਰਦੇ ਹੋ ਮੈਂ ਉਸ ਨੂੰ ਭਲਾ ਕਰਕੇ ਮੰਨਾਂ। ਇਹ ਮੇਰੇ ਤੇ ਤਰਸ ਕਰੋ। ਜੋ ਤੁਮ ਕਰੋ ਸੋਈ ਭਲ ਮਾਨੈ, ਭਾਵਨ ਦੁਬਿਧਾ ਦੂਰ ਟਰਹੁ। ਮਹਾਰਾਜ ਜੀ ਮੇਰੇ ਹਿਰਦੇ 'ਚ ਦੁਬਿਧਾ ਦੂਰ ਹੋ ਜਾਵੇ ਔਰ ਮੈਂ ਭਾਵਨਾ ਨਾਲ ਭਰ ਜਾਵਾਂ। ਨਾਨਕ ਕੇ ਪ੍ਰਭ ਤੁਮ ਹੀ ਦਾਤੇ, ਸੰਤ ਸੰਗ ਲੈ ਮੋਹਿ ਉਧਰੋ। ਮਹਾਰਾਜ ਜੀ ਤੁਸੀਂ ਮੇਰੇ ਦਾਤੇ ਹੋ ਪ੍ਰਭੂ ਜੀ। ਮੈਨੂੰ ਸੰਤ ਜਨਾਂ ਦੀ ਸੰਗਤ ਦੇ ਕੇ ਕਿਰਪਾ ਕਰਕੇ ਸੰਸਾਰ ਤੋਂ ਉਧਾਰ ਲਵੋ। ਆਪਣਿਆਂ ਪਿਆਰਿਆਂ ਦੀ ਸੰਗਤ ਮੈਨੂੰ ਬਖਸ਼ ਕੇ ਸੰਸਾਰ ਤੋਂ ਉਧਾਰ ਲਵੋ। ਬਿਲਾਵਲ ਮਹੱਲਾ ਪੰਜਵਾ। ਐਸੀ ਦੇਖਿਆ ਜਨ ਸਿਉ ਮੰਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਰੱਬ ਦੇ ਪਿਆਰਿਆਂ ਦੇ ਚਰਨਾਂ ਵਿੱਚੋਂ ਮੈਂ ਇਹੋ ਜਿਹੀ ਸਿੱਖਿਆ ਮੰਗਦਾ। ਰੱਬ ਦੇ ਪਿਆਰਿਆਂ ਕੋਲੋਂ, ਜਿਹੜੇ ਪਰਮੇਸ਼ਰ ਦੇ ਜਨ ਨੇ, ਉਹਨਾਂ ਕੋਲੋਂ ਮੈਂ ਇਹ ਦੀਖਿਆ ਮੰਗਦਾ ਹਾਂ। ਦੀਖਿਆ ਕਹਿੰਦੇ ਨੇ ਸਿੱਖਿਆ ਨੂੰ। ਇਹ ਸਿੱਖਿਆ ਮੰਗਦਾ ਹਾਂ। ਤੁਮਰੋ ਧਿਆਨ ਤੁਮਾਰੋ ਰੰਗਾ। ਇਹੋ ਜੀ ਦੀਖਿਆ ਮੰਗਦਾ ਜਿਸ ਨੂੰ ਧਾਰਨ ਕਰਕੇ ਹੇ ਪ੍ਰਭੂ ਮੈਂ ਤੇਰਾ ਹੀ ਧਿਆਨ ਧਾਰਨ ਕਰਾਂ ਤੇ ਤੇਰੇ ਹੀ ਰੰਗ ਵਿੱਚ ਆਪਣੇ ਆਪ ਨੂੰ ਰੰਗ ਲਵਾਂ। ਇਹ ਦੀਖਿਆ ਮੰਗਦਾ ਕਿ ਮੈਂ ਤੇਰਾ ਹੀ ਧਿਆਨ ਧਾਰਨ ਕਰਾਂ ਤੇ ਤੇਰੇ ਹੀ ਰੰਗ ਵਿੱਚ ਰੰਗਿਆ ਜਾਵਾਂ। ਤੁਮਰੀ ਸੇਵਾ ਤੁਮਾਰੇ ਅੰਗਾ। ਮਹਾਰਾਜ ਤੁਹਾਡੀ ਸੇਵਾ ਕਰਾਂ ਤੇ ਤੁਹਾਡੇ ਹੀ ਸੋਹਣੇ ਸਰੂਪ ਦੇ ਦੀਦਾਰ ਕਰਾਂ, ਤੁਹਾਡੇ ਹੀ ਸੋਹਣੇ ਸਰੂਪ ਦੇ ਦਰਸ਼ਨ ਕਰਾਂ। ਰਹਾਉ ਜਨ ਕੀ ਟਹਿਲ ਸੰਭਾਖਨ ਜਨ ਸਿਉ, ਉਠਤ ਬੈਠਨ ਜਨ ਕੈ ਸੰਗਾ। ਮਹਾਰਾਜ ਜੀ ਕਿਰਪਾ ਕਰੋ ਜਿਹੜੇ ਤੁਹਾਡੇ ਜਨ ਨੇ ਮੈਂ ਉਹਨਾਂ ਦੀ ਟਹਿਲ ਸੰਭਾਲਾਂ, ਉਹਨਾਂ ਦੀ ਟਹਿਲ ਕਰਾਂ, ਉਹਨਾਂ ਨਾਲ ਬਹਿ ਕੇ ਬਚਨ ਕਰਾਂ। ਸੰਭਾਖਨ, ਸੰਭਾਖਨ ਦਾ ਮਤਲਬ ਹੁੰਦਾ ਵਾਰਤਾਲਾਪ ਕਰਨੀ, ਗੱਲਬਾਤ ਕਰਨੀ। ਮਹਾਰਾਜ ਜੀ ਤੁਹਾਡੇ ਜਿਹੜੇ ਸੰਤ ਜਨ ਨੇ ਉਹਨਾਂ ਦੀ ਟਹਿਲ ਕਰਾਂ ਤੇ ਉਹਨਾਂ ਨਾਲ ਬਚਨ ਵਿਲਾਸ ਕਰਾਂ ਤੇ ਹਰ ਵੇਲੇ ਉੱਠਦਿਆਂ ਬਹਿੰਦਿਆਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਾਂ। ਰੱਬ ਦੇ ਪਿਆਰੇ ਮਹਾਰਾਜ ਜਿਹੜੇ ਤੁਹਾਡੇ ਜਨ ਨੇ ਉਹਨਾਂ ਨਾਲ ਹੀ ਉੱਠਾਂ ਬੈਠਾਂ। ਜਾਨ ਚਾਰ ਰਾਜ ਮੁਖ ਮਾਥੈ ਲਾਗੀ,
ਆਸਾ ਪੂਰਨ ਅਨੰਤ ਤਰੰਗਾ। ਕਹਿੰਦੇ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਉਹ ਮੇਰੇ ਮੁਖ ਤੇ ਮਸਤਕ ਤੇ ਲੱਗੇ। ਜਨ ਚਾਰ ਰਾਜ ਮੁਖ ਮਾਥੈ ਲਾਗੀ। ਰੱਬ ਦੇ ਪਿਆਰਿਆਂ ਜਨਾਂ ਦੀ ਧੂੜੀ ਮੇਰੇ ਮਸਤਕ ਤੇ ਲੱਗੀ ਹੈ। ਆਸਾ ਪੂਰਨ ਅਨੰਤ ਤਰੰਗਾ। ਮੇਰੀਆਂ ਆਸਾਂ ਪੂਰਨ ਹੋ ਗਈਆਂ। ਜਿਹੜੀਆਂ ਅਨੇਕ ਵਾਸ਼ਨਾਵਾਂ ਤਰੰਗਾਂ ਆਸਾਂ ਦੀਆਂ ਹਿਰਦੇ 'ਚ ਪੈਦਾ ਹੁੰਦੀਆਂ ਸਨ ਉਹ ਸਾਰੀਆਂ ਸ਼ਾਂਤ ਹੋ ਗਈਆਂ ਹਨ। ਜਾਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ। ਜਾਨ ਕੇ ਚਰਨ ਤੀਰਥ ਕੋਟ ਗੰਗਾ। ਰੱਬ ਦੇ ਪਿਆਰੇ ਜਿਹੜੇ ਜਨ ਹਨ, ਪਾਰ ਬ੍ਰਹਮ ਪਰਮੇਸ਼ਰ ਦੇ ਜਿਹੜੇ ਜਨ ਹਨ, ਉਹਨਾਂ ਦੀ ਮਹਿਮਾ ਨਿਰਮਲ ਹੈ। ਏਦਾਂ ਕਹਿ ਲਈਏ ਜਿਹੜੇ ਰੱਬ ਦੇ ਪਿਆਰੇ ਜਨ ਨੇ ਉਹਨਾਂ ਦੇ ਚਰਨਾਂ ਵਿੱਚ ਕਰੋੜਾਂ ਤੀਰਥ ਗੰਗਾ ਜਿਹੜੇ ਨੇ ਉਹ ਨਿਵਾਸ ਕਰਦੇ ਆ। ਗੰਗਾ ਦੇ ਤੀਰਥ ਜਾਨ ਕੇ ਚਰਨ ਤੀਰਥ ਕੋਟ ਗੰਗਾ। ਰੱਬ ਦੇ ਪਿਆਰਿਆਂ ਦੇ ਚਰਨ ਕਰੋੜਾਂ ਗੰਗਾ ਦੇ ਤੁੱਲ ਨੇ। ਜਿੱਥੇ ਉਹ ਚਰਨ ਪਾਉਂਦੇ ਆ ਉਹ ਥਾਂ ਕਰੋੜਾਂ ਤੀਰਥਾਂ ਦੇ ਮਾਨਿੰਦ ਹੋ ਜਾਂਦੀ ਹੈ ਜਿਹੜੇ ਰੱਬ ਦੇ ਪਿਆਰੇ ਹਨ। ਹਾਂਜੀ। ਜਾਨ ਕੀ ਧੂਰ ਕੀਓ ਮੱਜਨ ਨਾਨਕ। ਜਨਮ ਜਨਮ ਕੇ ਹਰੇ ਕਲੰਗਾ। ਇਹੋ ਜਿਹੇ ਜਿਹੜੇ ਰੱਬ ਦੇ ਪਿਆਰੇ ਜਨ ਨੇ ਉਹਨਾਂ ਦੇ ਚਰਨਾਂ ਦੀ ਧੂੜੀ 'ਚ ਮੈਂ ਮੱਜਨ ਇਸ਼ਨਾਨ ਕੀਤਾ। ਜਿਨ੍ਹਾਂ ਦੇ ਚਰਨਾਂ ਦੀ ਧੂੜੀ 'ਚ ਇਸ਼ਨਾਨ ਕਰਕੇ ਮੇਰੇ ਜਨਮਾਂ ਜਨਮਾਂ ਦੇ ਕਲੰਕ ਲੈ ਗਏ ਨੇ। ਕਲੰਗਾ ਦਾ ਮਤਲਬ ਹੁੰਦਾ ਕਲੰਕ। ਜਿਹੜੇ ਜਨਮਾਂ ਜਨਮਾਂ ਦੇ ਮੈਨੂੰ ਪਾਪਾਂ ਦੇ ਕਲੰਕ ਲੱਗੇ ਹੋਏ ਸੀ ਉਹ ਸਾਰੇ ਕਲੰਕ ਲੱਥ ਗਏ ਨੇ, ਨਿਰਵਿਰਤ ਹੋ ਗਏ ਨੇ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਸੰਗਤ ਕਰਕੇ, ਉਹਨਾਂ ਦੀ ਧੂੜੀ 'ਚ ਮੱਜਨ ਇਸ਼ਨਾਨ ਕਰਕੇ। ਕਿਉਂਕਿ ਉਹਨਾਂ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਜਿਹੜੀ ਬਰਕਤ ਹੈ ਉਹ ਕਰੋੜਾਂ ਤੀਰਥਾਂ ਦੇ ਮਾਨਿੰਦ ਹੈ। ਏਦਾਂ ਕਹਿ ਸਕਦੇ ਹਾਂ ਰੱਬ ਦੇ ਪਿਆਰਿਆਂ ਦੇ ਚਰਨਾਂ ਵਿੱਚ ਗੰਗਾ ਵਸਦੀ ਹੈ। ਰੱਬ ਦੇ ਪਿਆਰਿਆਂ ਦੇ ਚਰਨਾਂ ਵਿੱਚ ਕਰੋੜਾਂ ਗੰਗਾ ਜੈਸੇ ਮਹਾਨ ਤੀਰਥ ਨਿਵਾਸ ਕਰਦੇ ਹੈ। ਮਹਾਰਾਜ ਜੀ ਕਿਰਪਾ ਕਰਨ ਐਸਿਆਂ ਜਨਾਂ ਦਾ ਸਾਨੂੰ ਮੇਲ ਪ੍ਰਾਪਤ ਹੋਵੇ ਜਿਨ੍ਹਾਂ ਦੀ ਸੰਗਤ ਕਰਦਿਆਂ ਸਾਹਿਬ ਦਾ ਸਿਮਰਨ ਭਜਨ ਕਰੀਏ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਸੁਮਤ ਪ੍ਰਦਾਨ ਕਰਨ। ਲਾਗ ਤੇ ਦੀਵਾਨ ਰਹੈਂ, ਗਾਵ ਤੇ ਸੁਜਾਨ ਰਹੈਂ, ਝੂਲ ਤੇ ਨਿਸ਼ਾਨ ਰਹੈਂ, ਪੰਥ ਮਹਾਰਾਜ ਕੇ। ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਇਹ ਬੇਨਤੀ ਗੁਰਦੇਵ ਦੇ ਚਰਨਾਂ 'ਚ ਹਮੇਸ਼ਾ ਗੁਰਸਿੱਖ ਨੂੰ ਕਰਨੀ ਚਾਹੀਦੀ ਹੈ। ਮਹਾਰਾਜ ਤੁਹਾਨੂੰ ਜੋੜਨ ਵਾਲਿਆਂ ਦਾ ਸੰਗ ਬਖਸ਼ਿਓ ਕਿ ਜਿਹੜੇ ਸਾਨੂੰ ਤੁਹਾਡੇ ਚਰਨਾਂ ਨਾਲ ਜੋੜਨ। ਗੁਰੂ ਸਾਹਿਬ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਥਾਂ ਪਵੇ। ਸਾਧ ਸੰਗਤ ਜੀ ਬੇਨਤੀ ਹੈ, ਕੱਲ 22 ਤਰੀਕ ਨੂੰ ਟੌੜਾ ਨਗਰ ਵਿਖੇ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਹੋ ਰਹੇ ਨੇ। ਕੱਲ ਸਵੇਰੇ 10 ਤੋਂ 12:30 ਵਜੇ ਤੱਕ ਪਿੰਡ ਟੌੜਾ ਵਿਖੇ ਦੀਵਾਨ ਸਜਣੇ ਹਨ, ਜਿਸ ਵਿੱਚ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਕਥਾ ਦੀ ਹਾਜ਼ਰੀ ਭਰਨਗੇ।
ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਹਿਬਾਨ ਹਾਜ਼ਰੀਆਂ ਭਰਨਗੇ। ਜਿਹੜੀਆਂ ਸੰਗਤਾਂ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਹਰੀ ਜਾਂ ਸਰਵਣ ਕਰਨਾ ਚਾਹੁੰਦੀਆਂ ਹਨ, ਉਹਨਾਂ ਨੂੰ ਪਿੰਡ ਟੌੜਾ ਵਿਖੇ ਲਿਜਾਣ ਵਾਸਤੇ ਕੱਲ ਸਵੇਰੇ ਕਥਾ ਦੀ ਸਮਾਪਤੀ ਤੋਂ ਬਾਅਦ ਬੱਸਾਂ ਚੱਲਣਗੀਆਂ। ਜਿਨ੍ਹਾਂ ਨੇ ਵੀ ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਨੇ, ਉਹ ਕੱਲ ਕਥਾ ਦੀ ਸਮਾਪਤੀ ਤੋਂ ਬਾਅਦ 8:30 ਵਜੇ ਇੱਥੋਂ ਬਾਹਰੋਂ ਪਾਰਕਿੰਗ ਵਿੱਚੋਂ ਬੱਸਾਂ ਚੱਲਣਗੀਆਂ। ਉਹ ਹਾਜ਼ਰੀਆਂ ਭਰ ਕੇ ਗੁਰਮਤਿ ਸਮਾਗਮ ਸਰਵਣ ਕਰਕੇ ਗੁਰੂ ਚਰਨਾਂ ਨਾਲ ਆਪਣਾ ਪ੍ਰੇਮ ਪਾਉਣ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।